ਜਦੋਂ ਇਨਸਾਫ ਦੇਣ ਵਾਲਾ ਹੀ ਬੇਈਮਾਨ ਹੋ ਜਾਵੇ ਤਾਂ ਇਨਸਾਫ ਮੰਗਣ ਵਾਲਾ ਕਿੱਥੇ ਜਾਵੇਗਾ। ਤਾਜ਼ਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇੱਕ ਰੇਪ ਪੀੜਤ ਲੜਕੀ ਦੇ ਵੱਲੋਂ ਆਪਣੇ ਦੇ ਨਾਲ ਹੋਈ ਘਟਨਾ ਦਾ ਇਨਸਾਫ ਲੈਣ ਦੇ ਲਈ ਥਾਣਾ ਫਲੌਰ ਦੇ ਵਿੱਚ ਇਨਸਾਫ ਵਾਸਤੇ ਸ਼ਿਕਾਇਤ ਕੀਤੀ ਗਈ। ਪਰ ਅਫਸੋਸ ਦੀ ਗੱਲ ਕਿ ਪੀੜਤ ਲੜਕੀ ਨੂੰ ਇਨਸਾਫ ਦਿਵਾਉਣ ਵਾਲਾ ਫਲੌਰ ਥਾਣੇ ਦਾ SHO ਜਿਸ ਦੇ ਵੱਲੋਂ ਇੱਥੇ ਉਸਦਾ ਰਕਸ਼ਕ ਬਣਨ ਦੀ ਬਜਾਏ ਉਸਦਾ ਪਕਸ਼ਕ ਬਣਦਿਆਂ ਹੋਇਆਂ ਪੀੜਤ ਲੜਕੀ ਤੇ ਉਸਦੀ ਮਾਂ ਨੂੰ ਹੀ ਆਪਣੀ ਮਾੜੀ ਨੀਅਤ ਦਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ। SHO ਦੇ ਵੱਲੋਂ ਪੀੜਤ ਲੜਕੀ ਨੂੰ ਬਾਰ-ਬਾਰ ਫੋਨ ਕਰਕੇ ਆਪਣੇ ਦੱਸੇ ਟਿਕਾਣੇ ਤੇ ਆਉਣ ਵਾਸਤੇ ਮਜਬੂਰ ਕੀਤਾ ਜਾਣਾ ਸ਼ੁਰੂ ਕੀਤਾ ਗਿਆ ਤੇ ਪੀੜਤ ਲੜਕੀ ਦੀ ਮਾਂ ਜੋ ਕਿ ਖੁਦ ਇੱਕ ਵੈਸ਼ੀ ਦਰਿੰਦੇ ਤੋਂ ਪੀੜਤ ਹੋ ਚੁੱਕੀ ਸੀ ਉਸ ਦੇ ਵੱਲੋਂ ਆਪਣੀ ਤੇ SHO ਦੀ ਮੋਬਾਈਲ ਰਿਕਾਰਡਿੰਗ ਨੂੰ ਸੁਣਦਿਆਂ ਹੋਇਆਂ ਵਾਇਰਲ ਵੀ ਕਰ ਦਿੱਤਾ ਗਿਆ, ਜਿਸ ਦੇ ਵਿੱਚ ਕਾਨੂੰਨ ਦੇ ਰਖਵਾਲੇ ਕਿਵੇਂ ਖਾਕੀ ਵਰਦੀ ਨੂੰ ਸ਼ਰੇਆਮ ਨਿਲਾਮ ਕਰਦੇ ਨੇ ਸਾਫ਼ ਨਜ਼ਰ ਆ ਰਿਹਾ। ਤੇ ਇਸ ਮਾਮਲੇ ਦੀ ਭਣਕ ਲੋਕ ਇਨਸਾਫ ਮੋਰਚਾ ਦੇ ਆਗੂਆਂ ਨੂੰ ਪੈਂਦੀ ਹੈ ਤਾਂ ਉਹਨਾਂ ਪੀੜਤ ਨੂੰ ਇਨਸਾਫ ਦਿਵਾਉਣ ਦਾ ਮੋਰਚਾ ਚੁੱਕਿਆ। ਪੁਲਿਸ ਉੱਚ ਅਧਿਕਾਰੀਆਂ ਦੇ ਕੋਲ ਮਹਿਲਾ ਕਮਿਸ਼ਨ ਸਣੇ ਉਹਨਾਂ ਦੇ ਵੱਲੋਂ ਇਹ ਮੁੱਦਾ ਚੁੱਕਣ ਦੀ ਗੱਲ ਆਖੀ ਗਈ। ਉਹਨਾਂ ਦਾ ਕਹਿਣਾ ਹੈ ਕਿ SHO ਨੂੰ ਤੁਰੰਤ ਪ੍ਰਭਾਵ ਦੇ ਨਾਲ ਸਸਪੈਂਡ ਕਰ ਦਿੱਤਾ ਗਿਆ ਤੇ ਲੋਕ ਇਨਸਾਫ ਮੋਰਚਾ ਦੇ ਵੱਲੋਂ ਅਲਟੀਮੇਟਮ ਵੀ ਦਿੱਤਾ ਗਿਆ ਕਿ ਪੀੜਤ ਲੜਕੀ ਨੂੰ ਜੇਕਰ ਇਨਸਾਫ ਨਹੀਂ ਮਿਲਿਆ ਤਾਂ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਅਗਲੀ ਜਿਹੜੀ ਰਣਨੀਤੀ ਹੈ ਉਹ ਵੀ ਤਿਆਰ ਕੀਤੀ ਜਾਵੇਗੀ। ਮਾਮਲੇ ਦੇ ਵਿੱਚ ਸਸਪੈਂਡ ਕੀਤੇ ਗਏ ਜਿਹੜਾ SHO ਉਹਨਾਂ ਦਾ ਕਹਿਣਾ ਹੈ ਕਿ ਉਸ 'ਤੇ ਵੀ ਅਗਲੀ ਕਾਰਵਾਈ ਹੋਣੀ ਚਾਹੀਦੀ। ਹਾਲਾਂਕਿ ਜਦ SHO ਨਾਲ ਸੰਪਰਕ ਕਰਨਾ ਚਾਹਿਆ ਤੇ ਉਸ ਨਾਲ ਕੋਈ ਵੀ ਗੱਲਬਾਤ ਨਹੀਂ ਹੋ ਸਕੀ। हेलो हाँ जी सर नमस्ते। नमस्ते नमस्ते कितना तुसी बढ़िया। कहाँ पे हो? हाँ जी कहाँ पे हो तुम? घर पे। अच्छा तो तुम्हें आना था बारिश बहुत हो रहे थे सर। और तो हट गई है हाँ जी हूँ आ जावा। तारा लग गया काम से? हाँ जी चला गया। आज 8 मिनट में गया था। कितनी देर पहुँचेगी? हाँ जी कितनी देर में आएगी तुम? मैं अकेले आऊँ सर की कुड़ी के नाल लेके आऊँ? अकेला अकेले अकेली ना अकेली ना अकेली अकेले आना कोई बात है सर? कितनी देर में आओगी? सर कोई बात तो नहीं है? तुम्हें पता ही है। क्या खुल के दसोगे तब तो मेरा डर हटेगा ना। आओगे फिर ही ना। दसो तो सही मेरे को डर लग रहा है। डर का आएगा अंदर ना कर दो आप। वो तेरे को अंदर आएगा नहीं। डर लग रहा है। मैं तेरे कुछ नहीं करना करना आजा। ठीक है जी। हाँ कितनी देर से आएगी? बस निकल जाऊंगी अब। 5 मिनट हुए 7 मिनट। कुछ करना है क्या? कुछ करेंगे देखते हैं। ठीक है सर। 5 मिनट में आ जाओगी? हाँ 10 मिनट लग जाएंगे। आ जाओ जल्दी आ जाओ। ठीक है जी। आना कहाँ पे है? आप दसो ना कितने है ना। कचहरी है कचहरी। कचेरी? कचहरी के सामने आके उतर। कचेरी के सामने? हाँ कचहरी के सामने उतर। हाँ जी तो मेरे को वहाँ आके फोन कर दो। ठीक है सर। तो लोगों ने मेरे को इसका बयान जज साहब ने नहीं दिया? नहीं इसने बयान दे नहीं पाए। मैंने तो पहले समझाया था इसको समझा के देके जाना है। मैं तो समझाया था सर पता नहीं वहाँ पर जाके अपने पापा का नाम नहीं बताया इसने। नहीं चलो हाँ जी इनको पता इसको था। समझा अच्छी तरह समझा। कब परसों बुलाया? परसों? हाँ जी वीरवार को कह रहे हैं। वीरवार को। आज क्या बार है? आज मंगलवार सोमवार आज। हाँ जी चलो अब कहाँ पे हो आप? घर पे हूँ सर। चलो सुबह आना तो समझाएंगे फिर। ठीक है सर। ठीक। ਮੈਂ ਜਰਨੈਲ ਫਲੋਰ ਲੋਕ ਇਨਸਾਫ ਮੰਚ ਵੱਲੋਂ ਇਹ ਜਿਹੜਾ ਅੱਜ ਪੀੜਤ ਪਰਿਵਾਰ ਆ ਉਹਦੇ ਨਾਲ ਅੱਜ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਆ ਉਹਦੇ ਵਿੱਚ ਸਾਥੀ ਸਾਡੇ ਹੰਸਰਾਜ ਜੀ ਜਿਨ੍ਹਾਂ ਨੇ ਸਾਨੂੰ ਪਰਿਵਾਰ ਜਿਹੜਾ ਮਿਲਾਇਆ ਉਹ ਜਦੋਂ ਮਿਲੇ ਆ ਪਰਿਵਾਰ ਦੀ ਦੁੱਖ ਸੁਣਿਆ ਕਰ ਹੋਇਆ ਤੋਂ ਜਿਹੜੀ ਦਰਖਾਸਤ ਦਿੱਤੀ ਸੀ ਪੇਸ਼ ਹੋਏ ਸੀਗੇ ਪਰਿਵਾਰ ਉਹਦੀ ਕੋਈ ਕਾਰਵਾਈ ਨਹੀਂ ਹੋ ਰਹੀ। ਉਹ ਕਾਰਵਾਈ ਜਿਹੜੀ ਲੇਟ ਹੁੰਦੀ ਲਗਭਗ 1 ਮਹੀਨਾ 10 ਦਿਨ ਬੀਤ ਗਏ ਤੇ ਲੜਕੀ ਦੇ ਜਿਹੜਾ ਪਰਚਾ ਦਰਜ ਉਹਦੇ ਖਿਲਾਫ ਦੋਸ਼ੀ ਤੇ ਪਰਚਾ ਦਰਜ ਕੀਤਾ ਉਹ 1 ਮਹੀਨਾ 10 ਦਿਨ ਬਾਅਦ ਕੀਤਾ। ਉਸ ਤੋਂ ਬਾਅਦ ਜਿਹੜੀ ਬੇਟੀ ਆ ਜਿਹਨਾਂ ਬਲਾਤਕਾਰ ਹੋਇਆ ਉਹਦੀ ਹਜੇ ਤੱਕ ਮੈਡੀਕਲ ਨਹੀਂ ਹੋਇਆ। ਸਿੱਧਾ ਜਿਹੜਾ ਮੰਨ ਲਓ ਇੱਥੋਂ ਦਾ SHO ਆ ਉਹ ਦੋਸ਼ੀਆਂ ਨੂੰ ਮਿਲਿਆ ਹੋਇਆ ਸੀ ਤੇ ਨਾਲ ਦੋਸ਼ੀਆਂ ਦੇ ਮਿਲਣ ਦੇ ਨਾਲ ਉਸ ਤੋਂ ਬਾਅਦ ਜਿਹੜਾ ਉਹਨੇ ਘਿਨਾਉਣੀ ਹਰਕਤ ਕੀਤੀ ਆ ਜਿਹੜਾ ਪੀੜਤ ਪਰਿਵਾਰ ਸੀ
ਉਹਨੂੰ ਮੰਨ ਲਓ ਵੀ ਉਹਨੇ ਇਦਾਂ ਦੀਆਂ ਅਸ਼ਲੀਲ ਹਰਕਤਾਂ ਕੀਤੀਆਂ, ਉਹਦੇ ਪਰਿਵਾਰ ਦੇ, ਉਹਦੀ ਮਾਂ, ਲੜਕੀ ਦੀ ਮਾਂ ਦੇ ਗੁਪਤੰਗਾਂ ਦੇ ਹੱਥ ਲਾਇਆ, ਉਹਦੀ ਮੰਨ ਲਓ ਛਾਤੀ ਨੂੰ ਟੱਚ ਕੀਤਾ, ਇਦਾਂ ਦੀਆਂ ਹਰਕਤਾਂ ਕਰਕੇ ਉਸ ਤੋਂ ਬਾਅਦ ਕੀ ਹੋਇਆ, ਉਹ ਕਰਨ ਤੋਂ ਬਾਅਦ ਫਿਰ ਉਸ ਨੂੰ ਲੜਕੀ ਦੀ ਮਾਂ ਨੂੰ ਫੋਨ ਬਾਰ-ਬਾਰ ਕਰਦਾ ਰਿਹਾ, ਮੈਨੂੰ ਕੱਲੀ ਨੂੰ ਕਿਤੇ ਆ ਕੇ ਵੱਖਰੇ ਤੌਰ ਤੇ ਮਿਲ, ਕੱਲੀ ਨੂੰ ਮਿਲ। ਇਸ ਕਰਕੇ 2-3 ਵਾਰੀ ਫੋਨ ਕੀਤਾ। ਇਸ ਕਰਕੇ ਅਸੀਂ ਕਹਿੰਦੇ ਆ ਵੀ ਉਹਦਾ SHO ਆ, ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਜਲਦੀ ਤੋਂ ਜਲਦੀ। ਅਸੀਂ SSP ਦਾ ਧੰਨਵਾਦ ਕਰਦੇ ਹਾਂ। ਅਸੀਂ ਰਾਤ ਲਗਭਗ 9:30-10 ਵਜੇ ਉਹਨਾਂ ਨੂੰ WhatsApp ਤੇ ਸਾਰੇ ਜਿਹੜਾ ਰਿਕਾਰਡ ਸੀਗਾ ਉਹਦਾ ਭੇਜ ਦਿੱਤਾ ਸੀ, ਜਿਹੜੇ ਵੀਡੀਓ ਕਾਲਾਂ ਸੀ ਜਾਂ ਉਹਦੀਆਂ ਮੰਨ ਲਓ ਕਾਲ ਰਿਕਾਰਡ ਕੇ ਸੀ, ਉਹ ਸਾਰੀ ਭੇਜ ਦਿੱਤੀ। ਫੌਰਨ ਨੇ ਉਹਨਾਂ ਨੇ ਐਕਸ਼ਨ ਕਰਦੇ ਹੋਏ ਜਿਹੜਾ SHO ਸੀ ਲੈਣ ਹਾਜ਼ਰ ਕਰ ਦਿੱਤਾ। ਅਸੀਂ SSP ਦਿਹਾਤੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਅੱਗੇ ਤੋਂ ਵੀ ਆਸ ਕਰਦੇ ਹਾਂ, ਜਿਹੜੇ ਵੱਡੇ ਅਧਿਕਾਰੀ ਆ ਉਹਨਾਂ ਤੋਂ ਆਸ ਕਰਦੇ ਹਾਂ ਵੀ ਇਹ SHO ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਜਿਹੜਾ ਐਕਟ ਲੱਗਦਾ ਉੱਤੇ ਉਹ ਧਾਰਾ ਲਾ ਕੇ ਉਹਨੂੰ ਸਲਾਖਾਂ ਦੇ ਵਿੱਚ ਬੰਦ ਕੀਤਾ। आए हम बस उस पर साइन करें और बयान हमारे उसमें कुछ भी नहीं है। हाँ जी सर। तो फिर आपको कॉल करता रहा? हाँ जी कॉल करते रहे हैं मेरे क्या को। बोलता था? हमको बोलता था कि 10 मिनट में मिल के जा, 5 मिनट में मिल के जा। मैं अगर डिप्रेशन में थी कि मेरे लड़के के साथ इतना कुछ हो गए। तो आप मिलने गए फिर? नहीं सर, हमने मिलने के लिए नहीं गए थे। वो अपने पहले तो पुलिस थाने में जो पिछले वाला कमरा है इधर साइड से, वो कमरे में ऐसे ऐसे हरकतें की उसने मेरे साथ। उसके बाद नंबर पे बात करने लगे कि मेरे को ना इस कमरे में मतलब मिलनी हो ना, तुम कचहरी में है कमरे मेरे पास, वहाँ आके मिल लो। मैं बोली सर मेरे नंद आए हुए हैं, मैं नहीं आ सकती हूँ। कर 8 बजे का टाइम दिया। मैं बोली सर बारिश हो रहे थे सुबह से, मैं नहीं आ सकती। फिर जाके मैं फोन काट दिया उसने, फिर दोबारा फोन किया आपने ये उसने। भी पूछा कि क्या करना है, आप मेरे को कॉल कर रहे हो, क्या करना है? हाँ जी मैंने सर पूछे थे, मैंने हंस के पूछे थे उससे कि सर आप जो है ना आप मेरे साथ क्या करना चाहते हो, हमको डर लगता है आपसे, आप गलत काम तो नहीं करोगे। कह रहा कि तुझे पता ही है हमने गलत काम करना कि नहीं करना। मैं बोले सर मेरे को नहीं पता है, आप मेरे को ना खुल के बता दो तो मेरे को डर हट जाएंगे, फिर मैं आपके पास आ रही हूँ। फिर उसने कहने लगा कि कोई डरने की बात नहीं है, जो मतलब करते हैं 3 आदमी वही करनी है। मैं बोले सर मैं आ नहीं सकती हूँ, मैं से कोई मतलब गलत जनानी नहीं है। आपने कॉल रिकॉर्ड भी किए वो? हाँ जी आपके पास रिकॉर्डिंग है ना उसकी? हाँ जी रिकॉर्ड भी है मेरे पास। अभी आप मांग क्या करते हो? आपका मुकदमा दर्ज हो गया बेटी वाला? नहीं सर। नहीं जो आपकी बेटी की तरफ से जो हाँ जी हाँ जी आप आपकी क्या मांग है? हमारे ये मांग है, नहीं हमारे अभी लड़की का मेडिकल हुआ है, मेडिकल कराया जाए। जो लड़का इसके साथ में गलत काम किया है उसका भी सजा दिया जाए। जो हमारा माँ बेटी के साथ में जो सीनियर ऑफिसर है SHO, उसके साथ जो हमारे साथ गलत व्यवहार किए हैं, जो हमारे मतलब शरीर पे हाथ फेरे हैं, हमको मतलब बाहर बुलाए मिलने के लिए, उस पर भी कोई कार्रवाई करी जाए। 23 तारीख को रात को 12 बजे मेरे लड़की के साथ रेप हुआ। उसका नाम, लड़का का नाम रोशन कुमार है, गुवांड में रहते हैं। वो मेरे घर आ बढ़िया था, मेरे लड़की के साथ मतलब उसने ज़बरदस्ती रेप किया। रेप करके जब शोर मचाए आए, हम लोग दोनों मियाँ बीवी ऊपर से आए, छत पे ही सोए थे। उसके बाद आए तो उसको बैठा के फिर मैंने जो मौके का सरपंच है उसको बुला के फिर ऐसे थाने गए तो डायरेक्टली मेरे बात SHO साहब के पास डायरेक्ट बात हुए मेरे। SHO का नाम क्या है? SHO का नाम मुखिया अलो भूषण। हाँ जी। फिर उसके बाद बुलाया गया तो सर आए, बैठे, वहाँ पर बात हुए केबिन में। तो वो कह रहे कि तेरे से लड़के के साथ क्या हुआ हो, मतलब आप बता। मैंने कहा सर मेरे लड़के के साथ रेप हुए। फिर उसने कहने लगा कि तेरे लड़के के साथ ऐसा कुछ नहीं हुआ है, तेरे को लग रहा है कि रेप हुआ, तू चल के दिखा, तेरे लड़के को कर चल के दिखा। तो मैं बोली कि चल ले बेटा चल ले। तो इसने चल के दिखाए, चल के दिखा के
तो कह रहे तेरे लड़के के साथ तो रेप हुआ नहीं है, ये तो अच्छे खासे चल रहे हैं, तू आई में बोली जा रही है, एक लड़का को फंसा रही है तू इसके साथ। चल मैं मानती हूँ जबरदस्ती करने की कोशिश किया होगा, मतलब कि ऊपर ऊपर से किया है, पूरा अंदर नहीं गया है। ठीक है, फिर वो बात हो गए। मैं बोली सर पहले मेडिकल कराओ, आप ऐसे ही बोली जा रहे हो, आप मेडिकल कराओ। फिर मेरे को धक्का मारे उसने, तो उसने मेडिकल का कराया नहीं। उसके बाद जो डंडा रखे रहते हैं सर का केबिन में, वो डंडा लेके कहने लगे, अगर कह रहे हो कि तुम मेरे चुन्नी देवी मेरी एक बात सुनोगे। मैं बोले हाँ जी सर। कह रहे कि अगर मेरे बात मानोगे तो वो कह रहे कि ये डंडा पड़े हैं, मैं इसको डाल के देख लो, अगर ये पूरे डंडा अंदर चले गए तो सोच लेना रेप हो गए, अगर पूरे डंडा नहीं गए समझ लेना रेप नहीं हुए हैं। मैंने कहा सर ये गलत बात है। फिर कहने लगा 3 अंगुल का इशारा कितना अद्दा बना के, कहता कि तू खुद कर ले, 3 अंगुल डाल के उसको ट्राई कर ले कि अंगुल जा रहा, 3 अंगुल रेप हुआ है, नहीं जा रहा तो नहीं हुआ है। मैंने कहा सर ये गलत बात है। फिर एसओ साहब कह रहे हैं कि अगर तूने नहीं करना ना तो मैं ट्राई कर लेती हूँ। मैं बोले सर बहुत गलत बात है ये, हमारे साथ कोई खड़े नहीं हुए हैं, लेकिन आप भी गलत ना बोलो हमें। उसने कहने लगे मैं इसमें गलत क्या बोल रही हूँ, मैं तो सिर्फ ट्राई करनी है कि लड़की के रेप हुआ कि नहीं हुआ। मैंने बोला सर ये इतना मेरे को नहीं पता है, मैं अपनी लड़की को हाथ लगाने नहीं देना। एसएचओ आपको कब कब बुलाता रहा? शाम को ही बुलाते थे, जब वो बुलाते थे शाम को बुलाते थे, वो भी बकरे कमरे में। कमरे में अंदर और क्या लगा होता था? बेड लगा था, तो कुर्सियां लगे थे, टेबल लगा हुआ था। क्या करता था वहां बुला के लड़की के साथ, तुम्हारे साथ क्या कुछ किया उसने? हाँ जी, क्या किया? पहले तो इसको बुलाए, बातें किए, तो इसका मतलब छाती पे हाथ टच कर करके बात कर रहे थे। फिर इसको मतलब पकड़ के कह रहे कि मेरे को चुम्मी दे दे, तो मेरे लड़के ने गुस्सा कर ली, तो मेरे सामने ही कर रहे थे वो, पर मैं डर के मारे, वर्दी के डर से मैं बोली नहीं कि मेरे सामने कर रहे हैं। मैं सोची वर्दी पाए कहीं मेरे को ना थप्पड़ थप्पड़ मार देवे, मैं ऐसा कुछ नहीं करे। फिर उसके बाद मेरे लड़के कह रहे मम्मी मेरे छाती पर टच कर करके ऐसे बातें कर रहे, कह रहे मेरे को चुम्मा दे दे। मैं बोली बेटा अभी यहाँ पर कुछ नहीं बोलना, हम खुद पहले मुसीबत में फंसे हैं, हमारे साथ कोई नहीं है, जैसा कर रहा है कोई बात नहीं है, बाद में करेंगे बात। फिर उसके बाद कहने लगे कि तुम आ जाओ इधर। फिर मेरे को बुला के तो मतलब कि मेरे छाती में भी उसने हाथ फेरे, हाथ भी फेरे। मैं बोली सर अगर ये गलत बात है, हमारे हस्बैंड देख लेंगे तो हम लोगों का रिश्ता मतलब टूट जाएंगे, थाने जाती है तो मतलब गलत काम करती है। मैंने कहा सर ये कहते कि तेरा हस्बैंड तो यहाँ है नहीं। मैं बोली बाहर खड़े है, कहते कि तेरा हस्बैंड देखने नहीं आ रहे हैं तुझे। फिर उसने हाथ फेरे मेरे ऊपर, उसने अपने नंबर सेव करा मेरे फ़ोन में। उसके बाद मेरे को कॉलिंग किए रात को, कह रहे कि तू मेरे से मिल ले, जो रात हुआ तो गलत काम रात को। सर ने कहा अगर ज़्यादा मतलब कि वो बनना है, ज़्यादा कार्रवाई होंगे, मुंडा अगर तुझे करवाना है कार्रवाई, ज़्यादा मतलब फंसाना है उसको, तुम अपने तरह से फंसाना है तो दिन वाला रिपोर्ट लिखाना। तो उसमें बोला है कि माँ नहीं देनी है, मासी देनी है, हम बस उस पर साइन करें और बयान हमारे उसमें कुछ भी नहीं है। हाँ जी सर। तो क्या आपको कॉल करता रहा? हाँ जी कॉल करते रहे हैं मेरे क्या को। बोलता था? हमको बोलता था कि 10 मिनट में मिल के जा, 5 मिनट में मिल के जा। मैं अगर डिप्रेशन में थी कि मेरे लड़के के साथ इतना कुछ हो गए। तो आप मिलने गए थे? नहीं सर, हमने मिलने के लिए नहीं गए थे।
वो अपने पहले तो पुलिस थाने में जो पिछले वाला कमरा है इधर साइड से, वो कमरे में ऐसे ऐसे हरकतें की उसने मेरे साथ। उसके बाद नंबर पे बात करने लगे कि मेरे को ना इस कमरे में मतलब मिलनी हो ना, तुम कचहरी में है कमरे मेरे पास, वहाँ आके मिल लो। मैं बोली सर मेरे नंद आए हुए हैं, मैं नहीं आ सकती हूँ। कर 8 बजे का टाइम दिया। मैं बोली सर बारिश हो रहे थे सुबह से, मैं नहीं आ सकती। फिर जाके मैं फोन काट दिया उसने, फिर दोबारा फोन आपने किया ये उसने। भी पूछा कि क्या करना है, आप मेरे को कॉल कर रहे हो, क्या करना है? हाँ जी हाँ जी, मैंने सर पूछे थे, मैंने हंस के पूछे थे उससे कि सर आप जो है ना, आप मेरे साथ क्या करना चाहते हो, हमको डर लगता है आपसे, आप गलत काम तो नहीं करोगे? कह रहे कि तुझे पता ही है हमने गलत काम करना कि नहीं करना। मैं बोले सर मेरे को नहीं पता है, आप मेरे को ना खुल के बता दो तो मेरे को डर हट जाएंगे, फिर मैं आपके पास आ रही हूँ। फिर उसने कहने लगा कि कोई डरने की बात नहीं है, जो मतलब करते हैं 3 आदमी वही करनी है। मैं बोले सर मैं आ नहीं सकती हूँ, मैं ऐसे कोई मतलब गलत जनानी नहीं है। आपने कॉल रिकॉर्ड भी किए वो? हाँ जी आपके पास रिकॉर्डिंग है ना उसकी? हाँ जी हाँ जी, रिकॉर्ड भी है मेरे पास। अभी आप मांग क्या करते हो? आपका मुकदमा दर्ज हो गया बेटी वाला? नहीं सर। नहीं, जो आपकी बेटी की तरफ से जो हाँ जी हाँ जी हाँ जी। आप आपकी क्या मांग है? हमारे ये मांग है, नहीं हमारे अभी लड़की का मेडिकल हुआ है, मेडिकल कराया जाए। जो लड़का इसके साथ में गलत काम किया है उसका भी सजा दिया जाए। जो हमारा माँ बेटी के साथ में जो सीनियर ऑफिसर है SHO, उसके साथ जो हमारे साथ गलत व्यवहार किए हैं, जो हमारे मतलब शरीर पे हाथ फेरे हैं, हमको मतलब बाहर बुलाए मिलने के लिए, उस पर भी कोई कार्रवाई करी जाए। जी सर। ਸਰ ਜੋ SHO ਆਪਣੇ ਫਲੋਰ ਦਾ ਹੈਗਾ ਹੈ ਜੀ, ਉਹਨਾਂ ਨੇ ਜੀ ਮੇਰੀ ਵਾਈਫ ਨਾਲ ਗਲਤ ਬਿਹੇਵ ਕੀਤਾ। ਤੇ ਜਦੋਂ ਅਸੀਂ ਇਸ ਗੱਲ ਦੀ ਆਵਾਜ਼ ਉਠਾਉਂਦੇ ਸੀਗੇ ਤੇ ਉਹ ਗਲਤ ਬੋਲਦੇ ਸੀਗੇ। ਤੇ ਅਸੀਂ ਮੈਂ ਆਪਣੀ ਵਾਈਫ ਦੀ ਜਦੋਂ ਮੈਂ ਗੱਲਾਂ ਸੁਣੀਆਂ 2-4 ਉਹਨਾਂ ਦੀਆਂ, ਉਹ ਕਹਿੰਦੇ ਵੀ ਮੇਰੇ ਨਾਲ ਗਲਤ ਬਿਹੇਵ ਕਰ ਰਿਹਾ SHO। ਤੇ SHO ਜੀ ਬਾਰ-ਬਾਰ ਮੈਨੂੰ ਨਾ ਮੇਰੀ ਵਾਈਫ ਨੂੰ ਫੋਨ ਕਰ ਰਿਹਾ ਸੀਗਾ। ਪਹਿਲਾਂ ਹੋਇਆ ਕੀ ਸੀ? ਪਹਿਲਾਂ ਹੋਇਆ ਇਹ ਸੀਗਾ, ਹੋਇਆ ਇਹ ਥਾਣੇ ਜੀ ਮੇਰੀ ਵਾਈਫ ਦੀ ਬੇਟੀ ਦਾ ਜੀ ਨਾ ਰੇਪ ਹੋਇਆ ਸੀ। ਤੇ ਜੋ ਪਿੰਡ ਦਾ ਰਹਿਣੇ ਵਾਲਾ ਰੋਸ਼ਨ ਨੇ ਜੀ ਉਹਨਾਂ ਨਾਲ ਧੱਕਾ ਕੀਤਾ ਜੀ। ਅਸੀਂ ਵਾਈਫ ਔਰ ਮੈਂ ਛੱਤ ਤੇ ਸੁੱਤੇ ਸੀਗੇ। ਜਦੋਂ ਸੁੱਤੇ ਸੀ, ਜਦੋਂ ਥੱਲੇ ਆਵਾਜ਼ ਆ ਰਹੀ ਸੀ, ਅਸੀਂ ਥੱਲੇ ਆਏ ਤੇ ਇਹ ਦੇਖਿਆ ਕਿ ਕੁੜੀ ਨਾਲ ਜ਼ਬਰਦਸਤੀ ਹੋਈ। ਕੁੜੀ ਨੇ ਸਾਨੂੰ ਹਾਕ ਮਾਰੀ ਤੇ ਅਸੀਂ ਮੁੰਡਾ ਬਗੈਤੀ ਤੇ ਫੜ ਲਿਆ। ਜਦੋਂ ਫੜਿਆ ਉਹਨੂੰ ਤੇ ਅਸੀਂ ਜੀ ਪਿੰਡ ਬਹਿ ਕੇ ਗੱਲ ਕੀਤੀ ਇਹਦੇ ਪਰਿਵਾਰ ਨਾਲ। ਤੇ ਉਹਦੇ ਪਰਿਵਾਰ ਨੇ ਜੀ ਕੀ ਕੀਤਾ, ਤੇ ਉਹਦੀ ਪਰਿਵਾਰ ਨੇ ਜੀ ਆਪਣੇ ਮੁੰਡੇ ਨੂੰ ਲੈ ਕੇ ਨਾਲ ਸਾਰੇ ਪਿੰਡ ਤੋਂ ਰਫੂ ਚੱਕਰ ਹੋ ਗਏ। ਠੀਕ ਹੈ ਜੀ। ਤੇ ਅਸੀਂ ਜੇ ਦੂਜੇ ਦਿਨ ਜੀ ਅਸੀਂ ਗਏ ਥਾਣੇ SHO ਸਾਹਿਬ ਕੋਲ। SHO ਸਾਹਿਬ ਨੂੰ ਕਿਹਾ ਜੀ, SHO ਸਾਹਿਬ ਕਹਿੰਦਾ ਹਾਂਜੀ ਕੀ ਹੋਇਆ ਪੁੱਤ? ਮੈਂ ਕਿਹਾ ਜੀ ਸਾਡੀ ਕੁੜੀ ਨਾਲ ਜੀ ਰੇਪ ਹੋਇਆ। ਕਹਿੰਦਾ ਅੱਛਾ ਠੀਕ ਆ, ਬੇਟੀ ਨੂੰ ਕਿ ਤੁਰ ਕੇ ਦਿਖਾ। ਮੈਂ ਕਿਹਾ ਠੀਕ ਆ ਜੀ, ਚੱਲ ਮੈਂ ਕਹਿ ਦਿੰਦਾ। ਕੌਣ ਕਹਿੰਦਾ ਤੁਰ ਕੇ? SHO ਸਾਹਿਬ ਜੀ। ਤੇ ਕੀ ਕਹਿੰਦਾ? ਤੁਰ ਕੇ ਦਿਖਾਓ ਤੱਕ ਦਰਵਾਜ਼ੇ ਤੱਕ। ਤੇ ਜਦੋਂ ਉਹਨੂੰ ਤੁਰ ਕੇ ਦਿਖਾਇਆ, ਕਹਿੰਦਾ ਕੁੜੀ ਨਾਲ ਰੇਪ ਨਹੀਂ ਹੋਇਆ, ਕੋਸ਼ਿਸ਼ ਕੀਤੀ ਆ, ਹੋਇਆ ਨਹੀਂ ਹੈਗਾ। ਮੈਂ ਕਿਹਾ ਸਰ ਇੱਦਾਂ ਕਰੋ ਤੁਸੀਂ ਮੈਡੀਕਲ ਤਾਂ ਕਰਾਓ। ਤੇ ਕਹਿੰਦਾ ਯਾਰ ਜਦੋਂ ਹੋਇਆ ਨਹੀਂ ਤਾਂ ਮੈਂ ਮੈਡੀਕਲ ਕਿੱਦਾਂ ਕਰਾ ਦੇਵਾਂ, ਤੇ ਤੁਸੀਂ ਕੀ ਚਾਹੁੰਦੇ ਆ? ਤੇ ਮੈਂ ਕਿਹਾ ਸਰ ਮੁੰਡੇ ਵਾਲਿਆਂ ਨੂੰ ਫੜੋ ਤੇ ਫੜ ਕੇ ਥਾਣੇ ਬਿਠਾਓ ਤੇ ਗੱਲ ਕਰੋ ਫਿਰ ਸਾਨੂੰ। ਕਹਿੰਦਾ ਮੈਂ ਕਿਹਾ ਪਹਿਲਾਂ ਤਾਂ ਮੈਡੀਕਲ ਕਰਾਓ ਕੁੜੀ ਦਾ। ਕਹਿੰਦਾ ਯਾਰ ਹੋਇਆ ਨਹੀਂ ਤਾਂ ਮੈਂ ਮੈਡੀਕਲ ਕਿੱਦਾਂ ਕਰਾ ਦੇਵਾਂ। ਤੇ ਅਸੀਂ ਜਦੋਂ ਆ ਗਏ, ਕਹਿੰਦਾ ਤੁਸੀਂ ਜਾਓ ਫਿਰ ਤੁਹਾਨੂੰ ਮੈਂ ਫੋਨ ਕਰੂੰਗਾ ਤੇ ਫਿਰ ਆ ਜਿਓ। ਫਿਰ ਜਦੋਂ ਮੁੰਡਾ ਫੜ ਹੋ ਗਿਆ, ਕਹਿੰਦਾ ਉਹਨਾਂ ਦੇ ਨੰਬਰ ਹੈਗੇ? ਮੈਂ ਕਿਹਾ ਹਾਂਜੀ ਹੈਗਾ ਜੀ। ਨੰਬਰ ਉਹਨਾਂ ਦੇ ਲਿਖਾਤੇ ਜੀ ਮੈਂ ਉਹਨਾਂ ਦੇ ਦੋਨਾਂ ਦੇ, ਮੰਮੀ ਦੇ ਤੇ ਮੁੰਡੇ ਦੇ। ਤੇ ਉਹ ਕਹਿੰਦਾ ਮੈਂ ਟਰੇਸ ਤੇ ਲਗਵਾਤੇ ਆ, ਤੇ ਜਦੋਂ ਮੈਨੂੰ ਟਰੇਸ ਹੋ ਗਏ ਤੇ ਮੈਂ ਦੱਸ ਦੂੰਗਾ। ਜਦੋਂ ਅਸੀਂ ਹਫ਼ਤਾ 2 ਹਫ਼ਤੇ ਹੋ ਗਏ, ਅਸੀਂ ਫਿਰ ਥਾਣੇ ਸਾਨੂੰ ਸੱਦਿਆ। ਕਹਿੰਦਾ ਸੰਦੀਪ ਹਾਂਜੀ ਕਿੱਥੇ ਹੋ? ਮੈਂ ਕਿਹਾ ਸਰ ਹਾਂਜੀ ਆ ਗਏ, ਮੈਂ ਘਰੇ ਹੀ ਹਾਂ। ਤੇ ਕਹਿੰਦਾ ਟੈਸਟ, ਕਹਿੰਦਾ ਇੱਥੇ ਆ ਕੇ ਮੇਰੇ ਨਾਲ ਗੱਲ ਕਰ ਤੇ ਦੱਸੋ ਕੀ ਕਰਨਾ ਆ। ਮੈਂ ਕਿਹਾ ਭਾਜੀ ਪਰਚਾ ਕਰਾਉਣਾ ਆ। ਕਹਿੰਦਾ ਪਰਚਾ, ਕਹਿੰਦਾ ਜਦ ਕੁੜੀ ਨਾਲ ਹੋਇਆ ਨਹੀਂ ਤੂੰ ਪਰਚਾ ਕਿੱਦਾਂ ਕਰਾਊਂਗਾ? ਤੇ ਮੈਂ ਕਿਹਾ ਸਰ ਪਹਿਲਾਂ ਮੈਡੀਕਲ ਤਾਂ ਕਰਾਓ ਹੈ ਨਾ ਕੁੜੀ ਦਾ। ਤੇ ਬੈਂਚ ਤੇ ਕੋਈ ਚੀਜ਼ ਪਈ ਸੀਗੀ, ਜਦੋਂ ਮੇਰੀ ਵਾਈਫ ਨੂੰ ਸੱਦਿਆ ਇਹਨਾਂ ਨੇ, ਬੈਂਚ ਤੇ ਕੋਈ ਚੀਜ਼ ਪਈ ਸੀ, ਡੰਡਾ ਜਿਹਾ ਸੀਗਾ। ਕਹਿੰਦਾ ਇਹ ਅੰਦਰ ਜੇ ਕੁੜੀ ਦੇ ਚਲ ਗਿਆ ਤੇ ਕੁੜੀ ਦਾ ਰੇਪ ਹੋਇਆ ਆ, ਜੇ ਨਹੀਂ ਅੰਦਰ ਗਿਆ ਤੇ ਕੁੜੀ ਦਾ ਰੇਪ ਨਹੀਂ ਹੋਇਆ।
ਦੇਖ ਲਓ ਜੀ ਆ 23 ਅਗਸਤ ਨੂੰ ਜੀ ਰਾਤ ਨੂੰ ਇਹ ਕੰਮ ਹੋਇਆ ਆ। ਹਜੇ ਤੱਕ ਕੋਈ ਕੁੜੀ ਦਾ ਮੈਡੀਕਲ ਨਹੀਂ ਕਰਾਇਆ ਇਹਨਾਂ ਨੇ। ਤੇ ਉੱਤੋਂ ਦੀ ਜੀ ਮੇਰੀ ਵਾਈਫ ਨੂੰ ਬਾਹਰ ਇਹ ਫੋਨ ਕਰ ਕਰਕੇ ਬਾਰ-ਬਾਰ ਬੁਲਾ ਰਿਹਾ ਸੀ ਤੇ ਸਾਡੇ ਤੋਂ ਕੋਈ ਸਬੂਤ ਨਹੀਂ ਸੀਗਾ। ਹੁਣ ਮੇਰੇ ਕੋਲ ਇਹਦੀ ਕੋਡ ਵੀ ਆ ਤੇ ਵੌਇਸ ਵੀ ਆ ਤੇ ਸਾਨੂੰ ਇਹੀ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ। ਤੇ ਜਿਹੜੀਆਂ ਨਾ ਮੇਰੀ ਵਾਈਫ ਨੂੰ ਬੁਲਾ ਕੇ ਇਹਨੇ ਗੱਲਾਂ ਕਹੀਆਂ ਵੀ ਕਹਿੰਦਾ ਇਦਾਂ ਉਂਗਲੀ ਲੈ ਕੇ ਵੀ ਅੰਦਰ ਪਾ ਕੇ ਦੇਖੀ, ਜੇ ਇਹ ਅੰਦਰ ਚਲ ਗਈਆਂ ਤੇ ਰੇਪ ਹੋ ਗਿਆ। ਫਿਰ ਮੇਰੀ ਵਾਈਫ ਕਹਿੰਦੀ ਸਰ, ਉਹ ਕਹਿੰਦੇ ਵੀ ਇਦਾਂ ਨਹੀਂ ਹੁੰਦੀ ਸਰ, ਮੈਂ ਮਾਂ ਇੱਕ ਤੇ ਇਦਾਂ ਦੀ ਗੱਲ ਨਹੀਂ ਕਰ ਸਕਦੀ। ਉਹ ਕਹਿੰਦਾ ਚੱਲ ਮੈਂ ਕਰਕੇ ਦੇਖ ਲਵਾਂ। ਮੇਰੀ ਵਾਈਫ ਫਿਰ ਬੋਲੀ, ਕਹਿੰਦੇ ਇਦਾਂ ਸਾਰੇ ਗਲਤ ਗੱਲ ਆ, ਤੁਸੀਂ ਮੈਡੀਕਲ ਕਰਾਓ ਕੁੜੀ ਦਾ। ਉਹ ਕਹਿੰਦਾ ਜਦ ਹੋਇਆ ਨਹੀਂ ਤਾਂ ਮੈਂ ਮੈਡੀਕਲ ਕਿੱਦਾਂ ਕਰਾਵਾਂ। ਤੇ ਇੱਕ ਦਿਨ ਬਾਅਦ ਫਿਰ ਸਾਨੂੰ ਭੇਜਤਾ ਵਾਪਸ, ਕਹਿੰਦਾ ਚੱਲ ਕੋਈ ਨਹੀਂ। ਫਿਰ ਮੈਂ ਦੁਬਾਰਾ ਬੁਲਾਉਂਦਾ। ਫਿਰ ਮੇਰੀ ਵਾਈਫ ਨੂੰ ਸੱਦਿਆ, ਵਾਈਫ ਨੂੰ ਬੈਂਚ ਦੇ ਕੋਲ ਖੜਾ ਕਰਕੇ ਕਹਿੰਦਾ ਗਲਤ ਅਸ਼ਲੀਲ ਹਰਕਤਾਂ ਕਰਦਾ ਸੀਗਾ, ਟੱਚ ਟੁੱਚ ਇੱਧਰ ਉੱਧਰ ਲਾਉਂਦਾ ਸੀ, ਹੱਥ ਛਾਤੀ ਤੇ ਵੀ ਹੱਥ ਲਾਇਆ ਤੇ ਬਾਅਦ ਚੋਂ ਪਿੱਠ ਤੇ ਵੀ ਹੱਥ ਲਾਇਆ ਇਹਨੇ ਨੇ। ਤੇ ਉਸ ਤੋਂ ਬਾਅਦ ਜੀ ਫਿਰ ਮੇਰੀ ਵਾਈਫ ਬਾਹਰ ਆਈ, ਮੈਨੂੰ ਸਾਰਾ ਕੁਝ ਦੱਸਿਆ। ਤੇ ਉਸ ਤੋਂ ਬਾਅਦ ਕਹਿੰਦੇ ਵੀ ਕੱਲ ਆਇਓ। ਜਦੋਂ ਕੱਲ ਜਾਣ ਲੱਗੇ ਕਹਿੰਦਾ, ਫਿਰ ਮੇਰੀ ਵਾਈਫ ਨੂੰ ਫੋਨ ਕੀਤਾ। ਮੇਰੀ ਵਾਈਫ ਨੂੰ ਫੋਨ ਕਰਕੇ ਕਹਿੰਦਾ ਤੂੰ ਮੈਨੂੰ ਥਾਣੇ ਆ ਕੇ ਮਿਲ। ਮੇਰੀ ਵਾਈਫ ਨੇ ਕਿਹਾ ਮੇਰੇ ਹਸਬੈਂਡ ਵੀ ਨਾਲ ਆਵੇ ਤੇ ਕੁੜੀ ਵੀ ਆਵੇ। ਇਹ ਕਹਿੰਦਾ ਨਹੀਂ ਇਕੱਲੇ ਆਓ ਤੁਸੀਂ। ਤੇ ਮੇਰੀ ਵਾਈਫ ਨੇ ਪੁੱਛਿਆ ਵੀ ਇਕੱਲੇ ਕਿਉਂ ਆਵਾਂ ਹੈ ਨਾ, ਤੇ ਤੁਸੀਂ ਮੈਨੂੰ ਦੱਸੋ ਤਾਂ ਸਹੀ ਕੀ ਗੱਲ ਆ। ਇਹ ਕਹਿੰਦਾ ਤੁਹਾਨੂੰ ਪਤਾ ਹੀ ਆ ਕੀ ਗੱਲ ਆ। ਇਹਨਾਂ ਨੇ ਫਿਰ ਮੇਰੀ ਵਾਈਫ ਨੇ ਕਿਹਾ ਮੈਂ ਹਜੇ ਨਹੀਂ ਆ ਸਕਦੀ, ਥੋੜੇ ਟਾਈਮ ਬਾਅਦ ਆਉਂਗੀ। ਤੇ ਫਿਰ ਬਾਅਦ ਚੋਂ ਇਹਨਾਂ ਨੇ ਫੋਨ ਕੀਤਾ ਸਵੇਰੇ 8 ਵਜੇ, ਕਹਿੰਦਾ ਵੀ ਮੈਨੂੰ ਕਚਹਿਰੀਆਂ ਦੇ ਬਾਹਰ ਮਿਲੋ ਆ ਕੇ। ਮੇਰੀ ਵਾਈਫ ਕਹਿੰਦੀ ਦੱਸੋ ਤਾਂ ਸਹੀ ਕੀ ਗੱਲ ਆ ਜੀ। ਤੇ ਇਹ ਕਹਿੰਦਾ ਤੁਹਾਨੂੰ ਪਤਾ ਹੀ ਆ ਕੀ ਗੱਲ ਆ ਤੇ ਮੈਂ ਮਿਲਣਾ ਆ ਤੁਹਾਨੂੰ। ਬਸ ਸਾਨੂੰ ਇਹੀ ਆ ਵੀ ਇਨਸਾਫ ਮਿਲਣਾ ਚਾਹੀਦਾ ਜੀ ਤੇ ਇਹਨੂੰ ਕੜੀ ਤੇ ਕੜੀ ਸਜ਼ਾ ਹੋਵੇ।